ਉਹਨਾਂ ਇਨਸਾਨਾਂ ਦੀ ਜ਼ਿੰਦਗੀ ਲਾਨਤੀ ਜ਼ਿੰਦਗੀ ਹੈ, ਕਸ਼ਟ ਦੀ ਉਹਨਾਂ ਦੀ ਲਾਈਫ ਹੈ ਜਿਹੜੇ ਇਨਸਾਨ ਪਰਮਾਤਮਾ ਦਾ ਨਾਮ ਲਿਖ ਲਿਖ ਕੇ ਵੇਚ ਰਹੇ ਹਨ। ਅੱਜ ਦਾ ਜੋ ਵਿਸ਼ਾ ਹੈ ਉਹ ਮੇਰਾ ਇਹੀ ਹੈ। ਕਹਿੰਦੇ ਨੇ ਸਮਝਦਾਰ ਨੂੰ ਜਿਹੜਾ ਹੈ ਇਸ਼ਾਰਾ ਹੀ ਕਾਫੀ ਹੈ। ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਮੋਤੀਆਂ ਨਾਲ ਭਰਿਆ ਪਿਆ ਹੈ। ਹਰ ਗੱਲ 'ਤੇ ਸਾਨੂੰ ਜ਼ਿੰਦਗੀ ਦੇ ਹਰ ਪਲ 'ਤੇ ਹਰ ਟੌਪਿਕ 'ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਾਨੂੰ ਜਿਹੜੀ ਹੈ ਸੇਧ ਦਿੱਤੀ ਹੋਈ ਹੈ, ਪਰੰਤੂ ਅਸੀਂ ਮੂਰਖ ਇਨਸਾਨ ਜਿਹੜੇ ਹੈ ਉਸ ਨੂੰ ਨਹੀਂ ਸਮਝਦੇ। ਜਿਹੜੀ ਅੱਜ ਦੀ ਜੋ ਮਹੱਤਵਪੂਰਨ ਜਿਹੜੀ ਗੱਲ ਹੈ ਉਹ ਇਹ ਹੈ, ਤ੍ਰਿਗ ਤਿਨਾ ਕਾ ਜੀਵਿਆ ਜੇ ਲਿਖ ਲਿਖ ਵੇਚੇ ਨਾਉ। ਉਹਨਾਂ ਇਨਸਾਨਾਂ ਦੀ ਜ਼ਿੰਦਗੀ ਲਾਨਤੀ ਜ਼ਿੰਦਗੀ ਹੈ। Cursed is the life of those persons who are writing and selling the name of Lord। ਜੋ ਇਨਸਾਨ ਪਰਮਾਤਮਾ ਦਾ ਨਾਮ ਵੇਚ ਰਹੇ ਹਨ। ਤੁਸੀਂ ਇਸ ਗੱਲ ਨੂੰ ਭਲੀ ਪ੍ਰਕਾਰ ਸਮਝਦੇ ਹੋ। ਮੈਂ ਤੁਹਾਨੂੰ ਕੋਈ ਸਿਆਣਪ ਨਹੀਂ ਦੇਣਾ ਚਾਹੁੰਦਾ, ਤੁਸੀਂ ਸਿਆਣੇ ਹੋ, ਹਰ ਗੱਲ ਸਮਝਦੇ ਹੋ। ਤੁਸੀਂ ਚਾਰੇ ਪਾਸੇ ਦੇਖੋ ਤੁਹਾਡੇ ਹੋ ਕੀ ਰਿਹਾ ਹੈ। ਕੀ ਪਰਮਾਤਮਾ ਦਾ ਨਾਮ ਵਿਕ ਨਹੀਂ ਰਿਹਾ? ਕੀ ਉਹਨਾਂ ਇਨਸਾਨਾਂ ਨੂੰ ਅਸੀਂ ਵਧੀਆ ਇਨਸਾਨ ਸਮਝ ਲਾਂਗੇ ਜਿਹੜੇ ਇਨਸਾਨ ਪਰਮਾਤਮਾ ਦਾ ਨਾਮ ਵੇਚ ਰਹੇ ਹਨ? ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸਾਹਿਬ ਨੇ ਇਸ ਤੋਂ ਵੱਡੀ ਜਿਹੜੀ ਹੈ ਲਾਨਤ ਨਹੀਂ ਪਾਈ ਜਾ ਸਕਦੀ। ਜਿਹੜੇ ਕਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਲਾਨਤੀ ਜ਼ਿੰਦਗੀ ਹੈ, ਸਰਾਪੀ ਜ਼ਿੰਦਗੀ ਹੈ, ਕਸ਼ਟ ਲਾਈਫ ਹੈ, ਜਿਹੜੇ ਇਨਸਾਨ ਪਰਮਾਤਮਾ ਦਾ ਨਾਮ ਵੇਚ ਰਹੇ ਹਨ। ਮੈਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗਿਆਨ ਦੇ ਮੋਤੀ ਲੈ ਕੇ ਆਉਂਦਾ ਹਾਂ। ਹਰ ਗੱਲ ਜਿਹੜੀ ਹੈ ਤੁਹਾਡੇ ਜੀਵਨ 'ਤੇ ਢੁਕਦੀ ਹੈ, ਲੇਕਿਨ ਇਨਸਾਨ ਫਿਰ ਵੀ ਇਹ ਗੱਲ ਨੂੰ ਸਮਝਣ ਦੇ ਬਾਵਜੂਦ ਵੀ ਉਸ ਨੂੰ ਨਹੀਂ ਸਮਝਣਾ ਚਾਹੁੰਦਾ। ਇਹ ਮੈਂ ਕਿਸ ਦਾ ਦੋਸ਼ ਦਿਆਂ? ਗੁਰੂ ਸਾਹਿਬ ਜੀ ਨੇ ਤਾਂ ਸਾਨੂੰ ਗਾਈਡੈਂਸ ਬਿਲਕੁਲ ਠੀਕ ਦਿੱਤੀ ਹੋਈ ਹੈ, ਲੇਕਿਨ ਉਸ ਨੂੰ ਅਸੀਂ ਜਿਹੜੀ ਹੈ ਉਸ ਵੱਲ ਧਿਆਨ ਨਹੀਂ ਦਿੰਦੇ, ਤਵੱਜੋ ਨਹੀਂ ਦਿੰਦੇ। ਇਸ ਕਰਕੇ ਮੇਰੀ ਸਾਰੀ ਵੀਡੀਓ ਜਿਹੜੀ ਹੈ ਬੜੇ ਧਿਆਨ ਨਾਲ ਸੁਣਿਓ। ਅੰਬੜ ਕੋਏ ਨਾ ਸਕੇ ਹੋ ਕਿਸ ਨੂੰ ਪੁੱਛਣ ਜਾਓ। ਗੁਰੂ ਗ੍ਰੰਥ ਸਾਹਿਬ ਜੀ 'ਚ ਗੁਰੂ ਸਾਹਿਬ ਨੇ ਕਿੰਨੀ ਵਧੀਆ ਗਾਈਡੈਂਸ ਦਿੱਤੀ ਹੋਈ ਹੈ। ਅੰਬੜ ਕੋਈ ਨਾ ਸਕੇ। ਅੰਬੜ ਕਹਿੰਦੇ ਨੇ ਪਹੁੰਚਣਾ। ਪਰਮਾਤਮਾ ਤੱਕ ਕੋਈ ਇਨਸਾਨ ਨਹੀਂ ਪਹੁੰਚ ਕਰ ਸਕਦਾ। ਮੈਂ ਕਿਸ ਨੂੰ ਪੁੱਛਣ ਜਾਵਾਂ? ਕਿਉਂ? ਪਰਮਾਤਮਾ ਜੋ ਹੈ ਉਹ ਅਕੱਥ ਹੈ, ਉਹਦੀ ਕਥਾ ਨਹੀਂ ਹੋ ਸਕਦੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਵਾਸਤੇ ਵੀ ਗਾਈਡੈਂਸ ਦਿੱਤੀ ਹੈ। ਗੁਰੂ ਸਾਹਿਬ ਜੀ ਨੇ ਭਲੀ ਪ੍ਰਕਾਰ ਦੱਸਿਆ ਹੋਇਆ ਹੈ ਵੀ ਉਹ ਜਿਹੜਾ ਪਰਮਾਤਮਾ ਹੈ ਉਸ ਨੂੰ ਤੁਸੀਂ ਮਿਲ ਤਾਂ ਸਕਦੇ ਹੋ, ਪਰ ਉਸ ਦੀ ਕਥਾ ਨਹੀਂ ਕਰ ਸਕਦੇ। ਪਰਮਾਤਮਾ ਜੋ ਹੈ ਕਥਨ ਕਹਿਣ ਤੋਂ ਪਰੇ ਹੈ, ਸ਼ਬਦਾਂ ਤੋਂ ਪਰੇ ਹੈ। ਔਰ ਦੂਸਰੀ ਗੱਲ, ਪਰਮਾਤਮਾ ਜੋ ਹੈ ਉਹ ਬੇਅੰਤ ਹੈ, ਉਸ ਦਾ ਅੰਤ ਕੋਈ ਨਹੀਂ ਪਾ ਸਕਦਾ। ਕੋਈ ਇਨਸਾਨ ਇਹ ਨਹੀਂ ਦੱਸ ਸਕਦਾ ਉਹ ਕਿੰਨਾ ਵੱਡਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਫਿਰ ਅੱਗੇ ਗਾਈਡੈਂਸ ਦਿੱਤੀ ਹੈ ਕਿ ਪਰਮਾਤਮਾ ਨੂੰ ਪਾਉਣ ਦਾ ਕੋਈ ਉਪਾਅ ਹੈ। ਗੁਰੂ ਜੀ ਨੇ ਲਿਖਿਆ ਹੈਗਾ, ਪਰਮਾਤਮਾ ਨੂੰ ਪਾਉਣ ਦਾ ਕੋਈ ਨਹੀਂ ਉਪਾਅ ਹੈ। ਉਪਾਅ ਨਾ ਕੀਤੀ ਪਾਇਆ ਜਾਏ। ਕੋਈ ਉਪਾਅ ਨਹੀਂ ਹੈ। ਕਿਉਂ? ਜਦੋਂ ਅਸੀਂ ਕੋਈ ਵੀ ਉਪਾਅ ਕਰਕੇ, ਪਾਠ ਕਰਕੇ, ਤਪੱਸਿਆ ਕਰਕੇ ਅਸੀਂ ਪਰਮਾਤਮਾ ਨੂੰ ਪਾ ਲਿੱਤਾ, ਤਾਂ ਜਿਹੜੀ ਸਾਡੀ ਤਪੱਸਿਆ ਹੈ, ਜੋ ਸਾਡਾ ਕਰਨਾ ਹੈ, ਜੋ ਸਾਡਾ ਅਸੀਂ ਉਪਾਅ ਕੀਤਾ ਹੈ, ਉਹ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ। ਪਰਮਾਤਮਾ ਤਾਂ ਹਰ ਇਨਸਾਨ ਨੂੰ ਮਿਲਿਆ ਹੋਇਆ ਹੈ, ਬੇਅੰਤ ਹੈ, ਲੇਕਿਨ ਉਪਾਅ ਨਾਲ ਨਹੀਂ। ਫਿਰ ਉਪਾਅ ਮਹੱਤਵਪੂਰਨ ਬਣ ਜਾਂਦਾ ਹੈ। ਪਰਮਾਤਮਾ ਦੀ ਜਿਹੜੀ ਮਹੱਤਤਾ ਹੈ ਉਹ ਘਟ ਜਾਂਦੀ ਹੈ। ਕਿਉਂ? ਅਸੀਂ ਕਹਿੰਦੇ ਹਾਂ ਪਾਠ ਕਰਕੇ ਮੈਨੇ ਪਾ ਲਿਆ, ਤਪੱਸਿਆ ਕਰਕੇ ਮੈਨੇ ਪਾ ਲਿਆ। ਐਸਾ ਕੁਛ ਨਹੀਂ ਹੈ। ਉਪਾਅ ਨਾ ਕੀਤੀ ਪਾਇਆ ਜਾਏ। ਗੁਰੂ ਸਾਹਿਬ ਜੀ ਨੇ ਹੋਰ ਵੀ ਲਿਖਿਆ ਹੈ, ਕਿਨ ਬਿਦ ਮਿਲੀਏ ਕਿਨ ਬਿਦ ਵਿਛਰੇ, ਇਹ ਬਿਦ ਕੌਣ ਪ੍ਰਗਟਾਏ ਜੀਓ। ਅਸੀਂ ਪਰਮਾਤਮਾ ਤੋਂ ਕਿਸ ਤਰ੍ਹਾਂ ਵਿਛੜ ਸਕਦੇ ਹਾਂ, ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲ ਸਕਦੇ ਹਾਂ, ਇਹ ਜਿਹੜੀ ਵਿਧੀ ਹੈ ਸਾਨੂੰ ਕੌਣ ਦੱਸੇਗਾ? ਤਾਂ ਗੁਰੂ ਸਾਹਿਬ ਜੀ ਨੇ ਬੜਾ ਕਲੀਅਰ ਕੀਤਾ ਹੋਇਆ ਹੈ, ਗੁਰਮੁਖ ਮਿਲੀਏ ਮਨਮੁਖ ਵਿਛਰੇ, ਗੁਰਮੁਖ ਬਿਦ ਪ੍ਰਗਟਾਏ ਜੀਓ। ਜਿਹੜਾ ਗੁਰਮੁਖ ਇਨਸਾਨ ਹੈ, ਜਿਹੜਾ ਗੁਰੂ ਵੱਲ ਜਿਸ ਨੇ ਮੂੰਹ ਕਰ ਲਿੱਤਾ, ਉਸ ਨੂੰ ਮਿਲ ਜਾਏਗਾ। ਜਿਹੜੇ ਅਸੀਂ ਮਨਮੁਖ ਇਨਸਾਨ ਆ, ਮਨ ਦੇ ਆਖੇ ਚੱਲਦੇ ਹਾਂ, ਸਾਡੇ ਤੋਂ ਪਰਮਾਤਮਾ ਵਿਛੜ ਜਾਏਗਾ। ਅਤੇ ਇਹ ਵਿਧੀ ਕੌਣ ਪ੍ਰਗਟਾਏਗਾ? ਇਹ ਸਿਰਫ ਇੱਕ ਗੁਰਮੁਖ ਇਨਸਾਨ ਹੀ ਤੁਹਾਨੂੰ ਵਿਧੀ ਪ੍ਰਗਟਾ ਸਕਦਾ ਹੈ। ਗੁਰਮੁਖ ਬਾਰੇ ਗੁਰੂ ਗ੍ਰੰਥ ਸਾਹਿਬ ਜੀ 'ਚ ਲਿਖਿਆ ਹੋਇਆ ਹੈ, ਗੁਰਮੁਖ ਹੋਏ ਸੋ ਏਕਸ ਸਿਉ ਚਿਤ ਲਾਏ। ਜੋ ਇਨਸਾਨ ਆਪਣਾ ਚਿੱਤ, ਆਪਣੀ ਲਿਵ ਇੱਕ ਪਰਮਾਤਮਾ ਨਾਲ ਜੋੜ ਲੈਂਦਾ ਹੈ, ਉਹ ਇਨਸਾਨ ਹੈ ਜਿਹੜਾ ਗੁਰਮੁਖ ਬਣ ਜਾਂਦਾ ਹੈ।
ਅਸੀਂ ਕਿੰਨੇ ਕਰਮ ਕਰਦੇ ਹਾਂ, ਪਾਠ ਕਰਦੇ ਹਾਂ, ਪੂਜਾ ਕਰਦੇ ਹਾਂ, ਤੀਰਥ ਸਥਾਨਾਂ 'ਤੇ ਜਾਂਦੇ ਹਾਂ, ਕਿੰਨੇ ਧਾਰਮਿਕ ਕਰਮ ਕਰਦੇ ਹਾਂ। ਕੀ ਇਹਨਾਂ ਧਾਰਮਿਕ ਕਰਮਾਂ ਦਾ ਕੋਈ ਲਾਭ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਹੈ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬ ਹੀ ਪਾਏ। ਜਿੰਨੇ ਮਰਜ਼ੀ ਤੁਸੀਂ ਅਧਿਆਤਮ ਕਰਮ ਕਰ ਲਓ, ਲੇਕਿਨ ਤੁਹਾਨੂੰ ਇਹਨਾਂ ਕਰਮ ਕਰਨ ਦੇ ਨਾਲ ਪਰਮਾਤਮਾ ਨਹੀਂ ਮਿਲ ਸਕਦਾ। ਪਾਠ ਕਰ ਲਓ, ਗੁਰਦੁਆਰੇ ਚਲੇ ਜਾਓ। ਇਸ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਹੁਤ ਜਿਹੜਾ ਹੈ ਕਲੀਅਰ ਕੀਤਾ ਹੈ। ਹਾਂ, ਅਗਰ ਕੋਈ ਇਨਸਾਨ ਇਹ ਕਹਿ ਦੇਵੇ ਕਿ ਮੈਨੇ ਉਸ ਨੂੰ ਪਾ ਲਿਆ, ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਬਾਰੇ ਵੀ ਜਾਣਕਾਰੀ ਦਿੱਤੀ ਹੋਈ ਹੈ। ਸੋਈ ਅਜਾਣ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ। ਉਹ ਇਨਸਾਨ ਅਣਜਾਣ ਇਨਸਾਨ ਹੈ ਜਿਹੜਾ ਇਹ ਕਹਿੰਦਾ ਹੈ ਮੈਨੇ ਪਰਮਾਤਮਾ ਨੂੰ ਪਾ ਲਿਆ ਹੈ। ਕਿਉਂ? ਪਰਮਾਤਮਾ ਬੇਅੰਤ ਹੈ, ਉਸ ਨੂੰ ਅੱਜ ਤੱਕ ਪੂਰਾ ਕੋਈ ਨਹੀਂ ਦੱਸ ਸਕਿਆ, ਨਾ ਕੋਈ ਉਸ ਪੂਰੇ ਨੂੰ ਕੋਈ ਪੂਰਾ ਦੇਖ ਸਕਿਆ ਹੈ। ਜਿੰਨਾ ਵੀ ਅਸੀਂ ਉਸ ਨੂੰ ਦੇਖ ਲਾਂਗੇ, ਉਨਾ ਫਿਰ ਜਿਹੜਾ ਹੈ ਪਰਮਾਤਮਾ ਬਾਕੀ ਰਹਿ ਜਾਂਦਾ ਹੈ। ਇਸ ਕਰਕੇ ਕਦੇ ਵੀ ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਵੀ ਮੈਨੇ ਪਰਮਾਤਮਾ ਨੂੰ ਪਾ ਲਿੱਤਾ ਹੈ, ਪੂਰਾ ਪਾ ਲਿੱਤਾ ਹੈ। ਪੂਰਾ ਉਸ ਨੂੰ ਕੋਈ ਨਹੀਂ ਪਾ ਸਕਿਆ ਅੱਜ ਤੱਕ, ਨਾ ਹੀ ਉਹਦੀ ਕੋਈ ਬੇਅੰਤਤਾ ਦੱਸ ਸਕਿਆ ਹੈ, ਅਤੇ ਨਾ ਹੀ ਉਸ ਦੀ ਕੋਈ ਇਨਸਾਨ ਅੱਜ ਤੱਕ ਕਥਾ ਕਰ ਸਕਿਆ ਹੈ। ਕਿਉਂ? ਘਾਟ ਨਾ ਕਿਨੀ ਕਹਾਇਆ। ਜਿਸ ਮਰਜ਼ੀ ਨਾਲ ਤੁਸੀਂ ਇਨਸਾਨ ਨਾਲ ਗੱਲ ਕਰ ਲਓ, ਕੋਈ ਇਨਸਾਨ ਆਪਣੇ ਅੰਦਰ ਕੋਈ ਕਮੀ ਪੇਸ਼ੀ ਨਹੀਂ ਦੱਸਦਾ। ਭਾਵੇਂ ਸਾਡੇ ਅੰਦਰ ਬਹੁਤ ਸਾਰੀਆਂ ਕਮੀਆਂ ਨੇ, ਫਿਰ ਵੀ ਅਸੀਂ ਆਪਣੀ ਕਮੀ ਜ਼ਾਹਿਰ ਨਹੀਂ ਹੋਣ ਦਿੰਦੇ। ਹਰ ਇਨਸਾਨ ਕਹਿੰਦਾ ਹੈ ਮੈਨੇ ਪਰਮਾਤਮਾ ਨੂੰ ਪਾ ਲਿਆ। ਜਿਸ ਇਨਸਾਨ ਨਾਲ ਮਰਜ਼ੀ ਗੱਲ ਕਰ ਲਓ, ਉਹ ਪਰਮਾਤਮਾ ਦੀ ਤੁਹਾਨੂੰ ਐਂ ਜਾਣਕਾਰੀ ਦੇਗਾ ਜਿਸ ਤਰ੍ਹਾਂ ਉਹ ਪਰਮਾਤਮਾ ਨੂੰ ਮਿਲਿਆ ਹੀ ਹੋਇਆ ਹੈ। ਪਰੰਤੂ ਸਭ ਕਹਤੇ ਹੈ ਪਾਇਆ। ਸਾਰੇ ਕਹਿੰਦੇ ਨੇ ਮੈਂ ਪਾ ਲਿਆ, ਮੈਂ ਪਾ ਲਿਆ। ਜਿਸ ਇਨਸਾਨ ਨਾਲ ਮਰਜ਼ੀ ਗੱਲ ਕਰ ਲਓ, ਸਾਰੇ ਕਹਿੰਦੇ ਮੈਂ ਪਾ ਲਿਆ, ਮੈਂ ਪਾ ਲਿਆ। ਲੇਕਿਨ ਪਰਮਾਤਮਾ ਤੱਕ ਕੋਈ ਇਨਸਾਨ ਪਹੁੰਚ ਨਹੀਂ ਕਰ ਸਕਦਾ। ਜਦੋਂ ਵੀ ਕੋਈ ਪਹੁੰਚ ਕਰੇਗਾ, ਪਰਮਾਤਮਾ ਤੁਹਾਡੇ ਕੋਲ ਪਹੁੰਚ ਕਰੇਗਾ, ਤੁਹਾਡੇ ਅੰਗ ਸੰਗ ਹੈ, 24 ਘੰਟੇ ਤੁਹਾਡੇ ਨਾਲ ਰਹਿੰਦਾ ਹੈ। ਜਿਸ ਮੇਲੇ ਸੋ ਭਗਤਾ। ਲੇਕਿਨ ਪਰਮਾਤਮਾ ਜਿਸ ਨੂੰ ਆਪਣੀ ਰੌਸ਼ਨੀ ਦੇ ਦੇਵੇ, ਆਪਣਾ ਨਾਮ ਦੇ ਦੇਵੇ, ਸਿਰਫ ਜਿਸ ਨੂੰ ਉਹ ਆਪਣਾ ਡਿਵੋਟੀ ਬਣਾ ਲਵੇ, ਆਪਣਾ ਭਗਤ ਬਣਾ ਲਵੇ, ਸਿਰਫ ਉਹ ਹੀ ਇਨਸਾਨ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ, ਜਿਸ ਤੋਂ ਪਰਮਾਤਮਾ ਆਪ ਆਪਣੀ ਕਰਵਾਉਣਾ ਚਾਹੇ। ਕਿਉਂ? ਜਿਹੜਾ ਪਰਮਾਤਮਾ ਦਾ ਨਾਮ ਹੈ ਜਾਂ ਪਰਮਾਤਮਾ ਦੀ ਜਿਹੜੀ ਰੌਸ਼ਨੀ ਹੈ, ਉਹ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਦੇ ਸਕਦਾ। ਨਾਨਕ ਨਾਮ ਪ੍ਰਭੂ ਤੇ ਪਾਈਏ, ਜਿਨ ਕੋ ਧੁਰ ਲਿਖਿਆ ਹੋਏ। ਨਾਨਕ ਜੀ ਕਹਿੰਦੇ ਨੇ, ਗੁਰੂ ਸਾਹਿਬ ਕਹਿੰਦੇ ਨੇ, ਪਰਮਾਤਮਾ ਦਾ ਨਾਮ ਪਰਮਾਤਮਾ ਤੋਂ ਹੀ ਮਿਲੇਗਾ ਜਿਸ ਇਨਸਾਨ ਦੇ ਮਸਤਕ ਦੇ ਵਿੱਚ ਧੁਰ ਤੋਂ ਉਹ ਲਿਖਾ ਕੇ ਲੈ ਕੇ ਆਇਆ ਹੋਵੇ। ਮੇਰੀ ਦ੍ਰਿਸ਼ਟੀ ਦੇ ਵਿੱਚ ਪਰਮਾਤਮਾ ਹਰ ਇਨਸਾਨ ਨੂੰ ਮਿਲਿਆ ਹੋਇਆ ਹੈ, ਹਰ ਇਨਸਾਨ 'ਤੇ ਪੂਰੀ ਤਰ੍ਹਾਂ ਵਰਸ ਰਿਹਾ ਹੈ, ਲੇਕਿਨ ਸਾਨੂੰ ਉਸ ਦੀ ਸੋਝੀ ਨਹੀਂ ਹੈ। ਸੇ ਸਿਮਰੇ ਜਿਨ ਆਪ ਸਿਮਰਾਏ। ਪਰਮਾਤਮਾ ਉਹਨਾਂ ਨੂੰ ਹੀ ਸਿਮਰਨ ਕਰਵਾਉਂਦਾ ਹੈ ਜਿਸ ਤੋਂ ਪਰਮਾਤਮਾ ਆਪਣਾ ਆਮ ਸਿਮਰਨ ਕਰਵਾਉਣਾ ਚਾਹੇ, ਤਾਂ ਸਿਮਰਨ ਜਿਹੜਾ ਹੈ ਹੋ ਸਕਦਾ ਹੈ। ਇਸ ਦਾ ਮਤਲਬ ਇਹ ਹੋਇਆ ਪਰਮਾਤਮਾ ਦਾ ਸਿਮਰਨ ਸਿਰਫ ਪਰਮਾਤਮਾ ਹੀ ਕਰ ਸਕਦਾ। ਇੱਕ ਧਾਰਮਿਕ ਕਰਮਾਂ ਦੇ ਵਿੱਚ ਇੱਕ ਜਿਹੜਾ ਹੈ ਵੇਸ ਨੂੰ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਲੋਕ ਸੂਹਾ ਵੇਸ ਪਾਉਂਦੇ ਨੇ, ਭਗਵੇਂ ਕੱਪੜੇ ਪਾਉਂਦੇ ਨੇ, ਕੋਈ ਚਿੱਟੇ ਕੱਪੜੇ ਪਾਉਂਦੇ ਨੇ, ਕੋਈ ਨੀਲੇ ਕੱਪੜੇ ਪਾਉਂਦੇ ਨੇ। ਕੀ ਕੱਪੜੇ ਪਾਉਣ ਨਾਲ ਪਰਮਾਤਮਾ ਦਾ ਕੋਈ ਸੰਬੰਧ ਹੈ? ਗੁਰੂ ਸਾਹਿਬ ਜੀ ਨੇ ਇਸ ਦੇ ਸੰਬੰਧ ਵਿੱਚ ਬੜਾ ਸਾਫ਼ ਲਿਖਿਆ ਹੋਇਆ ਹੈ। ਲੋਕਾ ਵੇ ਹਉ ਸੂਵੀ ਸੂਵਾ ਵੇਸ ਕਰੀ। ਉਹ ਲੋਕੋ, ਮੈਂ ਭਗਵੇਂ ਕੱਪੜੇ ਪਾ ਕੇ, ਭਗਵਾਂ ਰੰਗ ਦੇ ਜਿਹੜੇ ਹੈ ਕੱਪੜੇ ਪਾਏ ਹੋਏ ਹਨ। ਵੇਸੀ ਸਹੁ ਨਾ ਪਾਈਏ, ਕਰ ਕਰ ਵੇਸ ਰਹੀ। ਲੇਕਿਨ ਵੇਸ ਜਾਂ ਕੱਪੜੇ ਪਾਉਣ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਪਾ ਸਕਦੇ। ਮੈਂ ਜਿਹੜੇ ਹੈ ਕੱਪੜੇ ਪਾ ਕੇ ਛੱਡ ਦਿੱਤੇ, ਭਗਵੇਂ ਕੱਪੜੇ ਪਾ ਕੇ ਮੈਨੇ ਛੱਡ ਦਿੱਤੇ। ਜਿਹੜੇ ਅਸੀਂ ਕੱਪੜੇ ਧਾਰਨ ਕਰਦੇ ਹਾਂ, ਇਸ ਦਾ ਪਰਮਾਤਮਾ ਨਾਲ ਕੋਈ ਸੰਬੰਧ ਨਹੀਂ ਹੈ। ਕਿਉਂ? ਪਰਮਾਤਮਾ ਜਦੋਂ ਸਾਨੂੰ ਸ੍ਰਿਸ਼ਟੀ 'ਤੇ ਭੇਜਦਾ ਹੈ ਤਾਂ ਸਾਨੂੰ ਬਿਨਾਂ ਕੱਪੜਿਆਂ ਦੇ ਭੇਜਦਾ ਹੈ। ਅਗਰ ਕੱਪੜੇ ਪਾਉਣੇ ਜ਼ਰੂਰੀ ਹੋਣ ਤਾਂ ਜਿਹੜਾ ਹੈ ਪਰਮਾਤਮਾ ਸਾਨੂੰ ਕੱਪੜੇ ਪਾ ਕੇ ਹੀ ਦੁਨੀਆ 'ਤੇ ਭੇਜ ਦਿੰਦਾ। ਦੂਸਰੀ ਗੱਲ, ਕੱਪੜੇ ਅਸੀਂ ਪਾਉਂਦੇ ਹਾਂ ਸਿਰਫ ਆਪਣੇ ਆਪ ਨੂੰ ਖੂਬਸੂਰਤ ਬਣਾਉਣ ਵਾਸਤੇ। ਕੱਪੜਿਆਂ ਨਾਲ ਪਰਮਾਤਮਾ ਦਾ ਕੋਈ ਸੰਬੰਧ ਨਹੀਂ। ਕਿਉਂ? ਅਸੀਂ ਜਿਹੜੇ ਹੈ ਨੰਗਾ ਜਿਹੜਾ ਇਨਸਾਨ ਸੋਹਣਾ ਨਹੀਂ ਲੱਗਦਾ। ਇਸ ਜਿਹੜੀ ਨੰਗਣਤਾ ਨੂੰ, ਜਿਹੜੀ ਸਾਨੂੰ ਬਦਸੂਰਤ ਲੱਗਦੀ ਹੈ, ਇਸ ਨੂੰ ਢੱਕਣ ਵਾਸਤੇ ਜਿਹੜਾ ਹੈ ਕੱਪੜਿਆਂ ਦੀ ਜਿਹੜੀ ਹੈ ਇਨਸਾਨ ਨੇ ਈਜਾਦ ਕੀਤੀ ਹੈ। ਇਸੇ ਤਰ੍ਹਾਂ ਹੀ
ਕੀ ਪਾਠ ਕਰਨ ਨਾਲ ਪਰਮਾਤਮਾ ਨੂੰ ਪੁੱਛ ਸਕਦੇ ਹਾਂ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਦੇ ਸੰਬੰਧ ਵਿੱਚ ਵੀ ਲਿਖਿਆ ਹੋਇਆ ਹੈ, ਪਾਠ ਪੜ੍ਹੇ ਨਾ ਬੂਝੀ ਭੇਖੀ ਪਰਮ ਭੁਲਾਏ। ਪਾਠ ਕਰਨ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਪੁੱਛ ਸਕਦੇ, ਨਹੀਂ ਸਿਆਣ ਸਕਦੇ, ਨਹੀਂ ਪਾ ਸਕਦੇ। ਲੇਕਿਨ ਜਿਹੜੇ ਅਸੀਂ ਭੇਖ ਕਰਦੇ ਹਾਂ, ਜਿਹੜੇ ਦਿਖਾਵੇ ਕਰਦੇ ਹਾਂ ਪਾਠ ਕਰਨ ਦਾ, ਕੱਪੜਿਆਂ ਦਾ, ਤੀਰਥ ਸਥਾਨਾਂ 'ਤੇ ਜਾਣ ਦਾ, ਇਹ ਅਸੀਂ ਜਿਹੜੇ ਹੈ ਅਸੀਂ ਭਰਮਾਂ ਦੇ ਵਿੱਚ, ਸ਼ੱਕ ਦੇ ਵਿੱਚ ਜਿਹੜਾ ਹੈ ਭਟਕਦੇ ਫਿਰਦੇ ਹਾਂ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਣਾ ਜਾਣਾ। ਕਿ ਹੱਥ ਦੇ ਵਿੱਚ ਮਾਲਾ ਫੜ ਕੇ, ਮੱਥੇ 'ਤੇ ਟਿੱਕਾ ਲਾ ਕੇ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ? ਪਰਮਾਤਮਾ ਕੋਈ ਖਿਡੌਣਾ ਹੈ ਜਿਹੜਾ ਮੱਥੇ 'ਤੇ ਤਿਲਕ ਲਾ ਕੇ, ਹੱਥ ਵਿੱਚ ਮਾਲਾ ਫੜ ਕੇ ਅਸੀਂ ਉਸ ਨੂੰ ਮਨਾ ਲਵਾਂਗੇ? ਅਭਿਆਗਤ ਸੇਈ ਨਾਨਕਾ ਜੇ ਆਤਮ ਗੌਣ ਕਰੇ। ਫਿਰ ਕੌਣ ਹੈ ਅਸਲੀ ਇਨਸਾਨ? ਕੌਣ ਹੈ ਅਸਲੀ ਡਿਵੋਟੀ? ਕੌਣ ਹੈ ਜਿਸ ਨੇ ਰਿਨੰਸ ਕੀਤਾ ਹੋਇਆ ਹੈ? ਉਹ ਹੈ ਜਿਹੜੇ ਆਪਣੀ ਆਤਮਾ ਦੇ ਵਿੱਚ ਗੌਣ ਕਰਦੇ ਨੇ। ਹਰ ਇਨਸਾਨ ਕੋਲ ਆਪਣੀ ਆਤਮਾ ਹੈ, ਜੋ ਆਪਣੀ ਆਤਮਾ ਨੂੰ ਦੇਖ ਲੈਂਦੇ ਹਨ, ਆਤਮਾ ਦੇ ਵਿੱਚ ਭਰਮਣ ਕਰਦੇ ਹਨ, ਆਤਮਾ ਦੇ ਵਿੱਚ ਗੌਣ ਕਰਦੇ ਹਨ। ਸਿਰਫ ਉਹੀ ਇਨਸਾਨ ਜਿਹੜੇ ਹੈ ਅਭਿਆਗਤ ਨੇ, ਰਿਨੰਸੀਏਟਸ ਨੇ। ਭਾਲ ਲੈਣ ਸੋ ਆਪਣਾ ਨਿਜ ਕਰ ਰਹਿਣ ਕਰੇ ਨਾ। ਫਿਰ ਉਹ ਕੀ ਕਰਦੇ ਨੇ? ਜਦੋਂ ਆਪਣੀ ਆਤਮਾ ਦੇ ਵਿੱਚ ਗੌਣ ਕਰਦੇ ਨੇ, ਆਪਣੇ ਅੰਦਰ ਜਾਂਦੇ ਨੇ, ਆਪਣੀ ਆਤਮਾ ਨੂੰ ਦੇਖਦੇ ਨੇ, ਤਾਂ ਫਿਰ ਉਹ ਆਪਣੇ ਪਰਮਾਤਮਾ ਨੂੰ ਭਾਲ ਲੈਂਦੇ ਹਨ। ਅਤੇ ਫਿਰ ਉਹ ਪਰਮਾਤਮਾ ਦੇ ਘਰ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਨਿਵਾਸ ਸਥਾਨ ਹੋ ਜਾਂਦਾ ਹੈ। ਪਰਮਾਤਮਾ ਜੋ ਹੈ ਬੇਅੰਤ ਹੈ, ਇਸੇ ਤਰ੍ਹਾਂ ਹੀ ਜਿਹੜੀ ਇਨਸਾਨ ਦੀ ਆਤਮਾ ਜੋ ਹੈ ਉਹ ਬੇਅੰਤ ਹੈ। ਜੋ ਇਨਸਾਨ ਆਪਣੀ ਆਤਮਾ ਦੇ ਅੰਦਰ ਭਰਮਣ ਕਰਦਾ ਹੈ, ਉਹ ਆਪਣੇ ਪਰਮਾਤਮਾ ਨੂੰ ਪਾ ਲੈਂਦੇ ਹਨ। ਕਿ ਕੋਈ ਘਾਲਣਾ ਕਾਰਨ ਕਰਕੇ ਜਾਂ ਸੇਵਾ ਕਰਨ ਨਾਲ ਪਰਮਾਤਮਾ ਮਿਲ ਜਾਂਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਦਾ ਵੀ ਜਿਹੜਾ ਹੈ ਦੱਸਿਆ ਹੋਇਆ ਹੈ, ਕਾਹਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜਿੰਨੀ ਮਰਜ਼ੀ ਇਨਸਾਨ ਘਾਲਣਾ ਕਰ ਲਏ ਨਹੀਂ ਮਿਲੇਗਾ। ਜਿੰਨੀ ਮਰਜ਼ੀ ਇਨਸਾਨ ਸੇਵਾ ਕਰ ਲੇ, ਜਿਸ ਦੀ ਮਰਜ਼ੀ ਸੇਵਾ ਕਰ ਲਓ, ਨਹੀਂ ਮਿਲੇਗਾ। ਲੇਕਿਨ ਜਦ ਵੀ ਮਿਲੇਗਾ ਤੁਹਾਡੇ ਚਿੱਤ ਚੇਤੇ ਨਹੀਂ ਹੋਏਗਾ, ਅਚਿੰਤੇ ਹੀ ਤੁਹਾਨੂੰ ਜਗਾ ਦੇਗਾ, ਉੱਠ ਮੈਂ ਤੇਰੇ ਕੋਲ ਬੈਠਾ। ਮੇਰੀਆਂ ਜਿੰਨੀਆਂ ਵੀ ਵੀਡੀਓਜ਼ ਨੇ ਸਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ 'ਤੇ ਆਧਾਰਿਤ ਨੇ। ਗੁਰੂ ਗ੍ਰੰਥ ਸਾਹਿਬ ਜੀ ਜੋ ਹੈ ਗਿਆਨ ਦਾ ਸਾਗਰ ਹੈ। ਹਰ ਗੱਲ, ਹਰ ਪਲ ਜ਼ਿੰਦਗੀ 'ਚ ਸਾਨੂੰ ਉੱਥੋਂ ਇਸ਼ਾਰਾ ਮਿਲਦਾ ਹੈ, ਲੇਕਿਨ ਅਸੀਂ ਮੂਰਖ ਇਨਸਾਨ ਉਸ ਇਸ਼ਾਰੇ ਨੂੰ ਨਹੀਂ ਸਮਝਦੇ।